हाँ जी सर। देखो मनदीप, लुधियाने च मजदूरां ने हड़ताल करती है ते जिस फैक्ट्री तो हड़ताल शुरू हुई सी उत्थे एक मजदूर दी मौत हो गई है। तो तुसीं ऐ करो, जिन्नी छेती हो सकदा उत्थे पहुंचो ते शाम तक मैनूं पूरी रिपोर्ट चाहिदी। ओके सर। हाँ जी दसो। सर अब बीबी आई है कोई। हाँ जी भाजी, कोई पत्रकार आ? नहीं नहीं, मैं इत्थे ही हाँ, गेट ते ही हाँ। तुसी मोंटी नूं भेजो। वैसे एक गल तो है, किले वर्गी फैक्ट्री है तुहाडी। बनाने पैंदी है मैडम जी। May I come in? Yes, please. Have a seat. Thank you. ਤੁਸੀਂ ਬਾਹਰ ਸਾਰਾ ਕੁਝ ਦੇਖ ਹੀ ਲਿਆ ਹੋਣਾ। ਹੁਣ ਮੈਨੂੰ ਦੱਸੋ, ਕੋਈ ਡਿਸਪਲਿਨ ਕਿਸ ਤਰ੍ਹਾਂ ਬਣਾ ਕੇ ਰੱਖ ਸਕਦਾ? ਇਹ ਮਜ਼ਦੂਰ ਤਾਂ ਚਾਹੁੰਦੇ ਨੇ ਕਿ ਕੰਮ ਕਰੀਏ ਚਾਹੇ ਨਾ ਕਰੀਏ, ਅਸੀਂ ਇਹਨਾਂ ਦੇ ਅੱਗੇ ਮੱਥੇ ਟੇਕਦੇ ਰਹੀਏ ਤੇ ਇਹਨਾਂ ਨੂੰ ਪੈਸੇ ਦਿੰਦੇ ਰਹੀਏ। ਹੁਣ ਤੁਸੀਂ ਦੱਸੋ, ਜੇ ਕਿਸੇ ਨੂੰ ਚੋਰੀ ਕਰਦੇ ਸਿਰੋਂ ਹੀ ਫੜ ਲਈਏ, ਉਹਨੂੰ ਪਲੰਗ ਤੇ ਬਿਠਾ ਕੇ ਚੌੜ ਚੱਲੀਏ? ਆੜਾ ਮਜ਼ਦੂਰ ਹੈ ਨਾ, ਇਹ ਵੀ ਚੋਰੀ ਕਰਦਾ ਫੜਿਆ ਗਿਆ ਸੀ, ਅਸੀਂ ਚੱਕ ਕੇ ਪੁਲਿਸ ਨੂੰ ਫੜਾ ਦਿੱਤਾ। ਅੱਗੇ ਪੁਲਿਸ ਜਾਣੇ ਜਾਂ ਉਹ ਜਾਣੇ। ओ मजदूर चोरी की कीती सी उस मजदूर ने? मे आई सर? आ जाओ। सर थैंक यू, यू मे गो नाउ। ਕੀ ਕਹਿ ਰਹੇ ਸੀ ਤੁਸੀਂ? मैं पूछ रही सा कि चोरी की कीती सी उन्हें? ਮਸ਼ੀਨਰੀ ਦੇ ਕੁਝ ਪੁਰਜੇ ਸੀ ਤੇ ਰॉ ਮਟੀਰੀਅਲ ਸੀ। किवें फड़िया तुसी? ਬਾਹਰ ਉਹਨੇ ਵੱਡੇ ਸਾਰੇ ਥੈਲੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਸਭ ਕੁਝ, ਤੇ ਸੋਚਦਾ ਹੋਣਾ ਛੁੱਟੀ ਵੇਲੇ ਲੈ ਕੇ ਨਿਕਲ ਜਾਏਗਾ। फड़िया किन्ने? ਚੌਕੀਦਾਰ ਨੇ। फिर ਕੀ, ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਨੇ ਉਹਨੂੰ ਆਪਣੀ ਹਿਰਾਸਤ 'ਚ ਲੈ ਲਿਆ। किन्ने दिन रहा वो हिरासत दे विच? यही कोई 10 दिन। 10 दिन? 10 दिन विच मैजिस्ट्रेट कोल पेश नहीं कीता तुसी?
ਅਜੇ ਉਹਦੀ ਤਫਤੀਸ਼ ਚੱਲ ਰਹੀ ਸੀ। ਤੇ ਫਿਰ ਮਰਿਆ ਕਿਵੇਂ? ਹਿਰਾਸਤ ਵਿੱਚ? ਹਿਰਾਸਤ 'ਚ ਮੈਡਮ, ਬਿਲਕੁਲ ਹਿਰਾਸਤ ਦੇ ਵਿੱਚ। ਪੁਲਿਸ ਉਹਨੂੰ ਇੱਥੇ ਤਫਤੀਸ਼ ਕਰਨ ਲਈ ਲੈ ਕੇ ਆਈ ਸੀ। ਉੱਥੇ ਉਹਦਾ ਪੈਰ ਫਿਸਲ ਗਿਆ ਤੇ ਉਹ ਕੌਸਟਿਕ ਟੈਂਕ ਦੇ ਵਿੱਚ ਡਿੱਗ ਗਿਆ। ਪੈਰ ਫਿਸਲ ਗਿਆ? ਮੈਡਮ ਜੀ, ਇਹ ਤਾਂ ਤੁਸੀਂ ਸ਼ੁਕਰ ਕਰੋ ਕਿ ਉੱਥੇ ਪੁਲਿਸ ਮੌਜੂਦ ਸੀ, ਵਰਨਾ ਇਹਨਾਂ ਮਜ਼ਦੂਰਾਂ ਨੇ ਕਹਿਣਾ ਸੀ ਖੋਰੇ ਅਸੀਂ ਉਹਨੂੰ ਧੱਕਾ ਦੇ ਦਿੱਤਾ। ਫਿਰ ਤੁਹਾਡੀ ਫੈਕਟਰੀ ਦੇ ਮਜ਼ਦੂਰਾਂ ਨੇ ਹੜਤਾਲ ਕਿਉਂ ਕੀਤੀ ਹੋਈ ਹੈ? ਮੈਡਮ ਜੀ, ਇਹ ਤਾਂ ਇਹਨਾਂ ਦੇ ਕੋਲੋਂ ਹੀ ਪੁੱਛੋ। ਮੈਨੂੰ ਇੱਕ ਗੱਲ ਦੱਸੋ, ਜੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ, ਉਹਦੀ ਹਿਫਾਜ਼ਤ ਦੇ ਵਿੱਚ ਸੀ, ਤਾਂ ਇਹ ਮਜ਼ਦੂਰ ਕਿਸੇ ਹੋਰ ਨੂੰ ਉਹਦੀ ਮੌਤ ਦਾ ਜ਼ਿੰਮੇਵਾਰ ਕਿੱਦਾਂ ਠਹਿਰਾ ਸਕਦੇ ਆ? ਪਰ ਤੁਹਾਡੀ ਫੈਕਟਰੀ ਦੇ ਨਾਲ-ਨਾਲ ਹੋਰ ਫੈਕਟਰੀਆਂ ਦੇ ਮਜ਼ਦੂਰਾਂ ਨੇ ਵੀ ਹੜਤਾਲ ਕੀਤੀ ਹੈ। ਇਹਨਾਂ ਦਾ ਕੀ ਹੈ ਮੈਡਮ ਜੀ? ਇਹ ਤਾਂ ਪੁੰਡਾ ਦੇ ਖਖਰਾ ਵਾਂਗੂ ਛਿੜ ਜਾਂਦੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ। ਇਹਨਾਂ ਦਾ ਕਿਹੜਾ ਕੋਈ ਨੁਕਸਾਨ ਹੋਣਾ ਹੋਇਆ? ਇਹਨਾਂ ਦੀਆਂ ਕਿਹੜੀਆਂ ਕੋਈ ਮਸ਼ੀਨਾਂ ਬੰਦ ਹੋਣੀਆਂ ਹੋਈਆਂ? ਇਹਨਾਂ ਦਾ ਕਿਹੜਾ ਸਪਲਾਈ ਬੰਦ ਹੋਣ ਕਰਕੇ ਕਰੋੜਾਂ ਦਾ ਨੁਕਸਾਨ ਹੋਣਾ ਹੋਇਆ? ਇਹ ਤਾਂ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਂਦੇ ਨੇ ਲਾਲ ਰੰਗ ਦੀਆਂ ਝੰਡੀਆਂ ਚੱਕ ਕੇ। ਉਤੋਂ ਇਹਨਾਂ ਦੀ ਹਨੇਰਗਰਦੀ ਦੇਖੋ ਮੈਡਮ ਜੀ, ਇਹ ਇਸ ਅਵਾਰਾਗਰਦੀ ਦੀ ਤਨਖਾਹ ਵੀ ਲੈ ਲੈਂਦੇ ਨੇ ਰੌਲਾ ਰੂਲਾ ਪਾ ਕੇ। ਇਹਦੇ ਖਿਲਾਫ ਮੈਂ ਕਹਿੰਦਾ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ। ਤੁਹਾਨੂੰ ਇਹਦੇ ਖਿਲਾਫ ਕੁਛ ਨਾ ਕੁਛ ਲਿਖਣਾ ਚਾਹੀਦਾ ਤੇ ਸਰਕਾਰ ਨੂੰ ਜਗਾਉਣਾ ਚਾਹੀਦਾ। ਆਫ ਕੋਰਸ, ਵਾਈ ਨਾਟ? ਹੁਣ ਐਕਸ਼ਨ ਕੀ ਲੈ ਰਹੇ ਹੋ ਤੁਸੀਂ? ਅਸੀਂ ਕੀ ਐਕਸ਼ਨ ਲੈਣਾ ਸੀ? ਅਸੀਂ ਤਾਂ ਲੱਖ ਰੁਪਏ ਉਹਦੇ ਟੱਬਰ ਨੂੰ ਦੇ ਦਿੱਤਾ ਸੀ। ਵੈਸੇ ਬੰਦਾ ਨਹੀਂ ਸੀ ਮੈਡਮ ਜੀ ਸਾਡਾ, ਅਸਤੀਫਾ ਜੋ ਦਿੱਤਾ ਹੋਇਆ ਸੀ ਉਹਨੇ ਨੌਕਰੀ ਤੋਂ। ਪਰ ਮੈਡਮ ਜੀ, ਅਸੀਂ ਤਾਂ ਖੁਦਾ ਦਾ ਖੌਫ ਖਾਣ ਵਾਲੇ ਬੰਦੇ ਆ, ਇਸ ਲਈ ਉਹਦੇ ਟੱਬਰ ਦੀ ਇਮਦਾਦ ਕਰ ਦਿੱਤੀ ਸੀ ਇਨਸਾਨੀਅਤ ਦੇ ਨਾਤੇ। ਅਸਤੀਫਾ? ਉਹ ਕੰਮ ਨਹੀਂ ਸੀ ਕਰਦਾ ਤੁਹਾਡੇ ਕੋਲ? ਨਹੀਂ, ਕੰਮ ਤਾਂ ਕਰਦਾ ਸੀ ਉਹ, ਪਰ ਉਹਨੇ ਅਸਤੀਫਾ ਦਿੱਤਾ ਹੋਇਆ ਸੀ ਨੌਕਰੀ ਤੋਂ। ਪਤਾ ਨਹੀਂ ਕਿਹੜੇ ਪਾਪੜ ਵੇਲਣਾ ਚਾਹੁੰਦਾ ਸੀ ਉਹ। 2-4 ਦਿਨ ਹੀ ਰਹਿੰਦੇ ਸੀ ਉਹਦੇ ਨੌਕਰੀ ਦੇ ਵਿੱਚ। ਸ਼ਾਇਦ ਉਹਨੇ ਇਸ ਲਈ ਸੋਚਿਆ ਹੋਣਾ ਕਿ ਆਖਰੀ ਵਕਤ ਤੇ ਹੱਥ ਹੀ ਮਾਰ ਜਾਵਾਂ। ਓਕੇ, ਮੈਨੂੰ ਇਜਾਜ਼ਤ ਦਿਓ ਸਰ। ਮੈਡਮ ਤੁਸੀਂ ਤਾਂ ਕੁਝ ਲਿੱਤਾ ਹੀ ਨਹੀਂ। ਹੈਵ ਸਮਥਿੰਗ? नो थैंक्स, आज नहीं। हो सकता है मुड़ के थोड़े को आना पवे। फिर से? एनी टाइम, नो प्रॉब्लम। थैंक्स। बाय द वे, वो कॉस्टिक टैंक किथे है? वो तो अंदर है। ਇਨਸਾਈਡ? ਉਹਦੇ ਵਿੱਚ ਡਿੱਗਣ ਲਈ ਤਾਂ ਉੱਤੇ ਜਾਣਾ ਪੈਂਦਾ ਹੋਵੇਗਾ ਨਾ, ਪੌੜੀਆਂ ਤੋਂ। ਕੀ ਮਤਲਬ? ਕੌਸਟਿਕ ਟੈਂਕ ਵਿੱਚ ਡਿੱਗਾ ਸੀ ਨਾ? ਯੈਸ, ਐਬਸੋਲੂਟਲੀ। ਕਿ ਕਿੱਥੋਂ ਡਿੱਗਾ? ਉੱਤੋਂ। ਪੁਲਿਸ ਨੂੰ ਉੱਤੇ ਕੀ ਕਰਨ ਲੈ ਕੇ ਗਈ ਸੀ? ਮੈਂ ਦੱਸਿਆ ਨਾ, ਉਹਦੀ ਤਫਤੀਸ਼ ਚੱਲ ਰਹੀ ਸੀ। ਕਮਾਲ ਹੈ। ਹਜ਼ਾਰਾਂ ਦਾ ਥੈਲਾ ਤੁਸੀਂ ਕਹਿੰਦੇ ਹੋ ਕਿ ਪੰਪ ਦੇ ਲਾਗਿਓ ਮਿਲਿਆ ਸੀਗਾ ਚੌਕੀਦਾਰ ਨੂੰ, ਤੇ ਪੁਲਿਸ ਨੂੰ ਤਫਤੀਸ਼ ਕਰਨ ਲਈ ਉੱਪਰ ਲੈ ਗਈ। ਕਿਉਂ? ਐਨ ਉਸ ਜਗ੍ਹਾ ਜਿਹਦੇ ਹੇਠਾਂ ਤੇਜ਼ਾਬ ਵਾਲਾ ਟੈਂਕ ਸੀ। ਮੈਡਮ ਇਹ ਤਾਂ ਤੁਸੀਂ ਹੁਣ ਪੁਲਿਸ ਕੋਲ ਹੀ ਪੁੱਛੋ, ਉਹ ਤੁਹਾਨੂੰ ਬਿਹਤਰ ਦੱਸ ਸਕਦੀ ਹੈ। ਮੌਂਟੇ, मेरी एक अपॉइंटमेंट है, सो प्लीज एक्सक्यूज मी। इट्स ओके।
Hope to see you soon. एक मिनट, बॉडी वेखी सी तुसी ओदी? कॉस्टिक टैंक विचों तां गोश्त दा लोथड़ा ही बाहर निकलिया होना। तुहाडा ही भाईबंद सी ना? अज ओहदे नाल इदां होया, कल नूं तुहाडे नाल हो सकदा है, नहीं? ਜਦੋਂ ਹੋਏਗੀ ਵੇਖੀ ਜਾਏਗੀ ਮੈਡਮ ਜੀ। ਤੇ ਜੇ ਹੋ ਹੀ ਜਾਏਗੀ ਫਿਰ ਵੇਖਣਾ ਕੀ? ਫਿਰ ਤਾਂ ਸਾਡੇ ਯਤੀਮ ਬੱਚੇ ਵੇਖਣਗੇ ਜਾਂ ਫਿਰ ਬੇਵਾ ਔਰਤ। ਤਾਂ ਇਹਦਾ ਮਤਲਬ ਇਹ ਹੋਇਆ ਕਿ ਮੌਤ ਹੋਣ ਤੋਂ ਪਹਿਲਾਂ ਜੋ ਕੁਝ ਹੁੰਦਾ ਚੁੱਪ-ਚਾਪ ਵੇਖੀ ਜਾਓ। ਮੈਂ ਜ਼ਿਆਦਾ ਦੇਰ ਤੱਕ ਗੇਟ ਨਹੀਂ ਖੋਲ ਕੇ ਰੱਖ ਸਕਦਾ ਮੈਡਮ ਜੀ, ਪਲੀਜ਼। ਅਸੀਂ ਦੱਸਾਂਗੇ ਮੈਡਮ ਜੀ, ਸਭ ਕੁਝ ਸੱਚ ਦੱਸਾਂਗੇ। ਕੀ ਟਾਈਮ ਹੋਏਗਾ ਉਸ ਵੇਲੇ? ਆਹੀ ਲਗਭਗ 3:30 ਦਾ ਹੀ। ਮਤਲਬ ਲੰਚ ਟਾਈਮ ਤੋਂ ਬਾਅਦ? ਹਾਂਜੀ। ਹੋਰ ਕੀ ਫਾਇਦਾ ਇਸ ਜ਼ੁਲਮ ਦੇ ਬਾਰੇ ਲਿਖਣ ਦਾ ਮੈਡਮ ਜੀ? ਕੀ ਫਾਇਦਾ ਅਖਬਾਰਾਂ 'ਚ ਛਪੀ ਖਬਰ ਦਾ? ਅਖਬਾਰਾਂ ਦੀ ਖਬਰ ਨਾਲ ਕਦੇ ਕੁਝ ਬਣਦਾ ਵਿਗੜਦਾ ਹੈ? ਜੇ ਕੁਝ ਬਣਦਾ ਵਿਗੜਦਾ ਹੈ ਨਾ ਤਾਂ ਸਿਰਫ ਪੈਸੇ ਦੀ ਤਾਕਤ ਨਾਲ। ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਅਸੀਂ ਵੀ ਇੱਕ ਅੱਧਾ ਨੇਤਾ ਖਰੀਦ ਲੈਂਦੇ। ਉਹ ਸਾਡੇ ਹੱਕ ਦੀ ਗੱਲ ਕਰਦਾ, ਪੁਲਿਸ ਵਾਲਿਆਂ ਨੂੰ ਖਰੀਦ ਲੈਂਦੇ, ਉਹ ਕਾਤਲਾਂ ਨੂੰ ਫਾਂਸੀ ਦੇ ਦਿੰਦੀ। ਇੱਥੇ ਸਿਰਫ ਇੱਕੋ ਤਾਕਤ ਚੱਲਦੀ ਹੈ, ਪੈਸੇ ਦੀ। ਫਾਇਦਾ ਕਿਉਂ ਨਹੀਂ ਹੈ? ਸੱਚੀ ਗੱਲ ਅਖਬਾਰ ਵਿੱਚ ਛਪੇ ਤਾਂ ਹੰਗਾਮਾ ਹੋ ਜਾਂਦਾ ਹੈ, ਸਭ ਨੂੰ ਪਿੱਸੂ ਪੈ ਜਾਂਦੇ ਨੇ। ਸੱਚਾਈ ਲੱਭਣੀ ਪੈਂਦੀ ਹੈ, ਪੁਲਿਸ ਨੂੰ, ਹਕੂਮਤ ਨੂੰ, ਸਭ ਨੂੰ। ਸੱਚਾਈ ਇਸ ਮੁਲਕ 'ਚ ਨਾ ਦੋ ਤਰ੍ਹਾਂ ਦੀ ਸੱਚਾਈ ਚੱਲਦੀ ਹੈ। ਜਿਵੇਂ ਦੋ ਤਰ੍ਹਾਂ ਦੇ ਪੈਸੇ ਚੱਲਦੇ ਨੇ, 1 ਨੰਬਰ ਦਾ ਤੇ 2 ਨੰਬਰ ਦਾ, ਉਸੇ ਤਰ੍ਹਾਂ ਦੋ ਤਰ੍ਹਾਂ ਦੀ ਸੱਚਾਈ ਚੱਲਦੀ ਹੈ, 1 ਨੰਬਰ ਦੀ ਤੇ 2 ਨੰਬਰ ਦੀ। ਤੁਹਾਨੂੰ ਕਿਹੜੀ ਸੱਚਾਈ ਚਾਹੀਦੀ ਹੈ ਮੈਡਮ ਜੀ? ਪ੍ਰੀਤਮ ਮਰਿਆ ਨਹੀਂ ਮੈਡਮ ਜੀ, ਉਹਨੂੰ ਮਾਰਿਆ ਗਿਆ। ਪ੍ਰੀਤਮ? ਪ੍ਰੀਤਮ ਨਾ ਸੀ ਉਹਦਾ? ਹਾਂ ਪ੍ਰੀਤਮ, ਉਹ ਮਰਿਆ ਨਹੀਂ, ਉਹਨੂੰ ਮਾਰਿਆ ਗਿਆ। ਕਿੰਨੇ ਮਾਰਿਆ? ਪੁਲਿਸ ਨੇ? ਪੁਲਿਸ ਕੀ ਹੁੰਦੀ ਹੈ ਮੈਡਮ ਜੀ? ਇੱਕ ਵਰਦੀ, ਇੱਕ ਡੰਡਾ, ਇੱਕ ਬੰਦੂਕ। ਪੁਲਿਸ ਨੇ ਤਾਂ ਪਹਿਲਾਂ ਹੀ 15 ਦਿਨ ਮਾਰ ਕੇ ਉਹਦੀ ਖੱਲ ਉਧੇੜ ਦਿੱਤੀ ਸੀ। ਪਰ ਉਹ ਕਹਿੰਦੇ ਨੇ ਕਿ ਉਹ ਚੋਰੀ ਕਰਦਾ ਫੜਿਆ ਗਿਆ ਸੀ। ਉਹ ਮੈਡਮ ਜੀ ਚੋਰੀ ਤਾਂ ਕਰੇਗਾ ਨਾ ਜੇ ਉੱਥੇ ਕੰਮ ਕਰਦਾ ਹੁੰਦਾ। ਕੰਮ ਤਾਂ ਉੱਥੇ ਕਰ ਨਹੀਂ ਸੀ ਰਿਹਾ, ਉਹ ਅਸਤੀਫਾ ਦੇ ਚੁੱਕਾ ਸੀ, ਪਰ ਮਾਲਕਾਂ ਨੇ ਉਹਦਾ ਅਸਤੀਫਾ ਮਨਜ਼ੂਰ ਨਹੀਂ ਸੀ ਕੀਤਾ। ਪ੍ਰੀਤਮ ਕਹਿਣ ਲੱਗਾ ਕਿ ਠੀਕ ਹੈ, ਮੇਰੀ ਤਨਖਾਹ ਭਾਵੇਂ ਕੱਟ ਲਓ, ਪਰ ਮੈਂ ਕੰਮ ਤੇ ਨਹੀਂ ਆਉਣਾ। ਕੋਈ ਝਗੜਾ ਹੋਇਆ ਸੀ ਮਾਲਕਾਂ ਨਾਲ ਉਹਦਾ? ਨਹੀਂ ਮੈਡਮ ਜੀ, ਬਿਲਕੁਲ ਨਹੀਂ। ਉਹ ਤਾਂ ਸਗੋਂ ਮਾਲਕਾਂ ਦਾ ਬਹੁਤ ਹੀ ਰਾਜ਼ਦਾਰ ਬੰਦਾ ਸੀ। ਤੜਕੇ ਹੀ ਪਹੁੰਚ ਜਾਂਦਾ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਨਾਲ ਹੀ ਕਾਰ ਦੇ ਵਿੱਚ ਬਹਿ ਕੇ ਆਉਂਦਾ ਸੀ। ਕਈ ਤਰ੍ਹਾਂ ਦੇ ਕੰਮ ਕਰਦਾ ਸੀ ਮਾਲਕਾਂ ਦੇ। ਤੇ ਫਿਰ ਹੋਇਆ ਕੀ? ਇਹ ਤਾਂ ਪਤਾ ਨਹੀਂ ਮੈਡਮ ਜੀ, ਪਰ ਉਸ ਦਿਨ ਦੁਪਹਿਰੇ ਉਹ ਅਸਤੀਫਾ ਦੇਣ ਤੋਂ ਬਾਅਦ ਮੈਨੂੰ ਮਿਲਣ ਆਇਆ। ਤੁਸੀਂ ਸਾਰੇ ਉੱਥੇ ਸੀ। ਉਸ ਦਿਨ ਉਸਨੇ ਜੋ ਕਿਹਾ, ਇੱਕ ਲਫ਼ਜ਼ ਮੈਨੂੰ ਯਾਦ ਹੈ। ਸ਼ੁਕਰ ਆ ਪ੍ਰੀਤਮ ਸਿਆ, ਤੂੰ ਵੀ ਸਾਡੇ ਵਿਚਕਾਰ ਆ ਕੇ ਬੈਠਾ ਕਿਤੇ। ਓਏ ਆ ਜਾ, ਤੂੰ ਮੇਰੇ ਨਾਲ ਖਾ ਲੈ, ਆ ਜਾ। ਉਹ ਬਸ ਬਾਈ, ਮੈਂ ਤਾਂ ਤੁਹਾਨੂੰ ਵੇਖ ਕੇ ਰੱਜ ਗਿਆ। ਵੈਸੇ ਕਮਾਲ ਦੀ ਗੱਲ ਹੈ, ਲੰਚ ਵੇਲੇ ਸਾਰੀ ਦੁਨੀਆ ਨੂੰ ਭੁੱਲ ਕੇ ਰੋਟੀ ਤਾਂ ਰੱਜ ਕੇ ਖਾਂਦੇ ਹੋ, ਦੁੱਖ ਸੁੱਖ ਦੀਆਂ ਗੱਲਾਂ ਕਰਦੇ ਹੋ ਇੱਕ ਦੂਜੇ ਨਾਲ। ਯਾਰ ਤੇਰੇ ਤਾਂ ਇਲਾਕੀ ਨਜ਼ਾਰੇ ਆ, ਤੂੰ ਕਿੱਥੇ ਸਾਡੇ ਨਾਲ ਰਲਦਾ? ਮੈਂ ਅਸਤੀਫਾ ਦੇ ਆਇਆ। ਅਸਤੀਫਾ? ਕਿਉਂ? ਮੇਰਾ ਵੀ ਐਸੇ ਤਰ੍ਹਾਂ ਬੇਫਿਕਰੀ ਨਾਲ ਰੱਜ ਕੇ ਰੋਟੀ ਖਾਣ ਨੂੰ ਜੀ ਕਰਦਾ ਹੈ, ਆਪਣੇ ਬੱਚਿਆਂ ਕੋਲ ਬਹਿ ਕੇ। ਅਸੀਂ ਤਾਂ ਸੋਚਦੇ ਸੀ
ਪੱਠਾ ਐਸ਼ਾ ਕਰਦਾ, ਗੱਡੀਆਂ 'ਚ ਘੁੰਮਦਾ, ਮੋਟਰਾਂ 'ਚ ਘੁੰਮਦਾ, ਪਰ ਅੱਛਾ ਨੌਕਰੀ ਛੱਡ ਕੇ ਕਰੇਗਾ ਕੀ? ਬਾਜ਼ਾਰ 'ਚ ਸਾਈਕਲਾਂ ਦੀ ਦੁਕਾਨ ਖੋਲਾਂਗਾ। ਪੁਰਾਣੇ ਸਾਈਕਲ ਖਰੀਦ ਕੇ ਮੁਰੰਮਤ ਕਰਕੇ ਰੋਗਨ ਕਰਕੇ ਵੇਚਿਆ ਕਰਾਂਗਾ। ਫਿਰ ਹੌਲੀ ਹੌਲੀ ਸ਼ਾਇਦ ਕੋਈ ਸਾਈਕਲ ਏਜੰਸੀ ਮਿਲ ਜਾਵੇ ਯਾਰ। ਉਹਨੇ ਤਾਂ ਬਾਜ਼ਾਰ ਵਿੱਚ ਇੱਕ ਦੁਕਾਨ ਵੀ ਕਿਰਾਏ ਤੇ ਲੈ ਲਈ ਸੀ। ਜਿਸ ਦਿਨ ਫੜਿਆ ਗਿਆ ਉਸ ਦਿਨ ਆਪਣੀ ਦੁਕਾਨ ਹੀ ਸਾਫ਼ ਕਰ ਰਿਹਾ ਸੀ ਉਹ। ਮਤਲਬ ਉਹ ਫੈਕਟਰੀ ਦੇ ਅੰਦਰੋਂ ਨਹੀਂ ਫੜਿਆ ਗਿਆ? ਉਹ ਨਹੀਂ ਮੈਡਮ ਜੀ, ਉਹ ਤਾਂ ਮਾਲਕਾਂ ਨੇ ਆਪਣਾ ਬੰਦਾ ਭੇਜ ਕੇ ਉਸ ਨੂੰ ਬੁਲਾਇਆ ਸੀ। ਪਤਾ ਨਹੀਂ ਕੀ ਸੋਚ ਕੇ ਆ ਗਿਆ ਉਹਦੇ ਨਾਲ। ਮੈਂ ਖੁਦ ਦੇਖਿਆ ਜੀ ਉਹਨੂੰ ਮਾਲਕ ਦੇ ਦਫ਼ਤਰ ਜਾਂਦਿਆ। ਉਹ ਜਦੋਂ ਹੀ ਗੱਲ ਕਰਕੇ ਬਾਹਰ ਨਿਕਲਿਆ ਤੇ ਮਗਰੇ ਚੌਕੀਦਾਰ ਨੇ ਰੌਲਾ ਪਾਤਾ, ਆਖੇ ਚੋਰ ਚੋਰ ਚੋਰ। ਮਤਲਬ ਕਿ ਉਹ ਫੈਕਟਰੀ ਦੇ ਅੰਦਰ ਗਿਆ ਹੀ ਨਹੀਂ? ਬਿਲਕੁਲ ਨਹੀਂ ਜੀ, ਉਹ ਤਾਂ ਫੈਕਟਰੀ 'ਚ ਕੰਮ ਹੀ ਨਹੀਂ ਕਰਦਾ ਪਿਆ ਸੀ। ਤੁਸੀਂ ਆਪ ਸੋਚੋ, ਕਿੱਥੇ ਮਾਲਕ ਦਾ ਕਮਰਾ ਤੇ ਕਿੱਥੇ ਪੰਪ। ਜੇ ਪੁਲਿਸ ਵਾਲਿਆਂ ਨੇ ਤਫਤੀਸ਼ ਕਰਨੀ ਸੀ ਤਾਂ ਉਹਨੂੰ ਪੰਪ ਕੋਲ ਲੈ ਕੇ ਜਾਂਦੀ ਜਾਂ ਮਾਲਕ ਦੇ ਕਮਰੇ 'ਚ ਲੈ ਕੇ ਜਾਂਦੀ। ਉਹ ਫੈਕਟਰੀ ਦੇ ਅੰਦਰ ਲਿਜਾਣ ਦੀ ਕੀ ਲੋੜ ਸੀ? ਉਹ ਵੀ ਤੇਜ਼ਾਬ ਦੇ ਟੈਂਕ ਦੇ ਬਿਲਕੁਲ ਉੱਪਰ। ਜ਼ਾਹਿਰ ਹੈ ਮਕਸਦ ਕੁਝ ਹੋਰ ਸੀ। ਸਭ ਕੁਝ ਪਲੈਨਿੰਗ ਨਾਲ ਹੋਇਆ ਮੈਡਮ ਜੀ। ਪਤਾ ਨਹੀਂ ਕਿੰਨਾ ਪੈਸਾ ਚੜਿਆ ਹੋਣਾ। ਮੇਰੀ ਇੱਕ ਗੱਲ ਦਾ ਜਵਾਬ ਦੋਗੇ ਤੁਸੀਂ? ਜਦੋਂ ਇੰਨੇ ਦਿਨ ਉਹ ਹਿਰਾਸਤ ਵਿੱਚ ਸੀ ਉਦੋਂ ਕੁਝ ਕਿਉਂ ਨਹੀਂ ਕੀਤਾ ਤੁਸੀਂ ਉਹਦੇ ਲਈ? ਮੈਡਮ ਜੀ ਅਸਲ 'ਚ ਨੌਕਰੀ ਛੱਡ ਚੁੱਕਾ ਸੀ। ਸਾਡੀ ਯੂਨੀਅਨ ਦਾ ਮੈਂਬਰ ਵੀ ਨਹੀਂ ਸੀ। ਸੱਚ ਪੁੱਛੋ ਤਾਂ ਉਹ ਸਾਡੇ ਨਾਲ ਕਦੇ ਰਲਿਆ ਹੀ ਨਹੀਂ, ਹਮੇਸ਼ਾ ਮਾਲਕਾਂ ਵੱਲ ਹੀ ਰਹਿੰਦਾ ਸੀ। ਇਸ ਤੋਂ ਪਹਿਲੇ ਵੀ ਜਦ ਕਦੀ ਅਸੀਂ ਹੜਤਾਲ ਕੀਤੀ ਉਹ ਸਾਡੇ ਨਾਲ ਕਦੇ ਨਹੀਂ ਖੜਿਆ। ਨੌਕਰੀ ਕਰਦਾ ਸੀ ਜਾਂ ਨਹੀਂ ਕਰਦਾ ਸੀ, ਪਰ ਬੰਦਾ ਤਾਂ ਤੁਹਾਡਾ ਹੀ ਸੀ ਨਾ। ਤੁਹਾਡੇ ਹੀ ਵਰਗਾ ਕਾਮਾ ਸੀ ਉਹ। ਹੁਣ ਜਦੋਂ ਉਹ ਮਾਰਿਆ ਗਿਆ ਤਾਂ ਸਾਨੂੰ ਅਹਿਸਾਸ ਹੋਇਆ ਕਿ ਉਹ ਤਾਂ ਸਾਡਾ ਹੀ ਬੰਦਾ ਸੀ, ਸਾਡੀ ਬਰਾਦਰੀ ਦਾ। ਉਹ ਬਰਾਦਰੀ ਜਿਹੜੀ ਹਮੇਸ਼ਾ ਤੋਂ ਜ਼ੁਲਮ ਸਹਿੰਦੀ ਆਈ ਹੈ। ਹੁਣ ਤੁਹਾਡੀ ਹੜਤਾਲ ਦੀ ਮੰਗ ਕੀ ਹੈ? ਬਸ ਇਹੀ ਕਿ ਇਸ ਸਾਰੇ ਦੇ ਸਾਰੇ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾਏ। ਉਹ ਤਫਤੀਸ਼ ਨਾਲ ਕਿਹੜਾ ਇਨਸਾਫ ਮਿਲ ਜੂਗਾ? ਕੌਣ ਸਜ਼ਾ ਦਊਗਾ ਇਹਨਾਂ ਮਾਲਕਾਂ ਨੂੰ, ਇਹਨਾਂ ਪੁਲਿਸ ਵਾਲਿਆਂ ਨੂੰ? ਸਾਰੀ ਪੈਸੇ ਦੀ ਖੇਡ ਹੈ, ਨਿਰੀ ਡਰਾਮੇਬਾਜ਼ੀ। ਤੁਸੀਂ ਮੈਨੂੰ ਉਹਦੇ ਘਰ ਲੈ ਜਾ ਸਕਦੇ ਹੋ? ਮੈਡਮ ਜੀ ਇਹ ਪ੍ਰੀਤਮ ਦੀ ਪਤਨੀ ਤੇ ਉਹਦੀ ਬੱਚੀ ਹੈ। ਇਹ ਬੀਬੀ ਜੀ ਤੁਹਾਨੂੰ ਮਿਲਣ ਆਏ ਆ, ਅਖਬਾਰ ਤੋਂ ਨੇ। बहुत अफसोस होया। ਅਖਬਾਰਾਂ ਹੈ ਮੈਡਮ ਜੀ, ਇਹ ਸੱਤੀ ਹੈ ਜੀ, ਪ੍ਰੀਤਮ ਦਾ ਛੋਟਾ ਭਰਾ। ਸੱਚ ਜਾਣਨਾ ਚਾਹੁੰਦੇ ਆ? ਲਿਖੋ ਲਿਖੋ ਸੱਚ। ਕਤਲ ਹੈ, ਕਤਲ, ਦਿਨ ਦਿਹਾੜੇ ਕਤਲ। ਪਰ ਅੱਜ ਕੱਲ ਸੱਚ ਸੁਣਦਾ ਹੀ ਕੌਣ ਹੈ? ਅਖਬਾਰ ਵਾਲੇ ਆਉਂਦੇ ਨੇ,
ਤੇ ਮਾਲਕ ਲੋਕ ਇਹਨਾਂ ਨੂੰ ਵੀ ਪੱਠੇ ਪਾ ਲੈਂਦੇ ਨੇ। ਸੱਤੀ ਇੱਕ ਮਿੰਟ ਉਹ ਮੈਂ ਨਹੀਂ ਡਰਦਾ ਯਾਰ ਇਹਨਾਂ ਕੋਲੋਂ, ਨਹੀਂ ਡਰਦਾ ਮੈਂ। ਉਹ ਡਰਨ ਵਾਲੇ ਨੂੰ ਤਾਂ ਮਾਰ ਸੁੱਟਿਆ ਉਹਨਾਂ ਕਸਾਈਆਂ ਨੇ, ਤੇ ਪੁਲਿਸ ਤਾਂ ਗੋਲੀ ਆ ਉਹਨਾਂ ਦੀ। ਮੈਨੂੰ ਇੱਕ ਗੱਲ ਦੱਸੋ ਮੈਡਮ ਜੀ, ਅੱਜ ਕੱਲ ਗਰੀਬ ਦੀ ਕੌਣ ਸੁਣਦਾ ਹੈ? ਕੌਣ ਸੁਣਦਾ ਹੈ? ਮੈਂ ਤਾਂ ਗੱਲ ਹੁਣ ਸੁਣਾ ਕੇ ਰਹੂੰਗਾ। ਮੈਂ ਕੋਠੇ ਚੜ ਕੇ ਨਾ ਸਾਰਿਆਂ ਨੂੰ ਗੱਲ ਸੁਣਾਈ, ਮੇਰਾ ਨਾਮ ਬਦਲ ਦਿਓ। ਦੇਖੋ ਕੋਈ ਗੱਲ ਨਹੀਂ ਹੈ, ਤੁਸੀਂ ਗੱਲ ਕਿੱਦਾਂ ਨਹੀਂ ਜੀ, ਗੱਲ ਕਿੱਦਾਂ ਨਹੀਂ? ਉਹ ਤਾਂ ਸਮਝਦੇ ਕਿ ਬੰਦਾ ਮਾਰਤਾ ਤੇ ਗੱਲ ਮੁੱਕ ਗਈ। ਉਹਨਾਂ ਦੇ ਸਾਰੇ ਭੇਦ ਤਜ਼ਾਬ ਦੇ ਟੈਂਕ 'ਚ ਸੜ ਕੇ ਫਨਾ ਹੋ ਗਏ ਸਾਰੇ ਪਾਪ। ਪਰ ਮੈਂ ਨਹੀਂ ਗੱਲ ਮੁੱਕਣ ਦੇਣੀ। ਇਹੀ ਤਾਂ ਮੈਂ ਕਹਿ ਰਹੀ ਹਾਂ, ਤੁਸੀਂ ਆਪਣੀ ਗੱਲ ਕਿਸੇ ਨੂੰ ਚੰਗੀ ਤਰ੍ਹਾਂ ਸੁਣਾਓ ਤਾਂ ਸਹੀ। ਇਸ ਤਰ੍ਹਾਂ ਗੁੱਸਾ ਕਰਨਾ ਤਾਂ ਗੱਲ ਨਹੀਂ ਨਾ ਬਣਨੀ। ਆਖਿਰ ਇਸ ਮੁਲਕ ਵਿੱਚ ਵੀ ਕੋਈ ਸਰਕਾਰ ਹੈ, ਕੋਈ ਕਾਨੂੰਨ ਹੈ, ਕੋਈ ਡੈਮੋਕ੍ਰੇਸੀ ਦੀ ਵੀ ਅਕਲ ਤਾਂ ਹੁਣ ਵੜ ਗਈ। ਉਹ ਮੇਰੇ ਤੇ ਤਾਂ ਕਹਿਰ ਚੜਿਆ ਹੋਇਆ ਹੈ। ਜਿਸ ਤਰ੍ਹਾਂ ਉਹਨਾਂ ਨੇ ਵੀਰੇ ਨੂੰ ਕਸਾਈਆਂ ਵਾਂਗ ਮਾਰਿਆ ਨਾ, ਮੇਰਾ ਜੀ ਕਰਦਾ ਮੈਂ ਤਾਂ ਸਾਰਿਆਂ ਨੂੰ ਆਰੀ ਨਾਲ ਚੀਰਦਾ। शांत हो जाओ, आराम नाल बैठ के मैंने अपनी सारी गल दसो। ਵੀਰੇ ਕੋਲ ਬੜੇ ਰਾਜ ਸੀ ਮਾਲਕਾਂ ਦੇ। ਹਰ ਵੇਲੇ ਪਤਾ ਨਹੀਂ ਉਹ ਤੋਂ ਕੀ ਕਰਾਉਂਦੇ ਰਹਿੰਦੇ ਸੀ, ਤੇ ਪਤਾ ਨਹੀਂ ਕਿਹੜੀ ਵਫਾਦਾਰੀ ਦਾ ਉਹਦੇ ਸਿਰ ਤੇ ਭੂਤ ਸਵਾਰ ਸੀ ਕਿ ਕਦੇ ਘਰੇ ਆ ਕੇ ਵੀ ਉਹਨੇ ਕਦੇ ਭੇਤ ਸਾਂਝਾ ਨਹੀਂ ਸੀ ਕੀਤਾ। ਕਈ ਵਾਰੀ ਫੋਨ ਆਉਂਦਾ ਕਿ ਮਾਲਕ ਨਾਲ ਕਿਤੇ ਬਾਹਰ ਗਿਆ, ਲੇਟ ਵਾਪਸ ਆਏਗਾ। ਲੇਟ ਵਰਗਾ ਲੇਟ, ਕੁੱਕਰ ਦੇ ਬਾਂਗ ਵੇਲੇ ਮੁੜਦਾ ਸੀ। ਪਰ ਹੁਣ ਹੌਲੀ ਹੌਲੀ ਨਾ ਵੀਰਾ ਇਹਨਾਂ ਕੰਮਾਂ ਤੋਂ ਖਿੱਚ ਰਿਹਾ ਸੀ, ਤੇ ਸਾਰਾ ਗੁੱਸਾ ਘਰੇ ਆ ਕੇ ਕੱਢਦਾ। ਜਾਂ ਡੁੰਨ ਵੱਟਾ ਹੋ ਕੇ ਮੰਜੇ ਤੇ ਪਿਆ ਛੱਤ ਵੱਲ ਘੂਰਦਾ ਰਹਿੰਦਾ ਸਾਰੀ ਰਾਤ। ਕਿੰਨਾ ਚਿਰ ਬਸ ਛੱਤ ਵੱਲ ਹੀ ਘੂਰਦਾ ਰਹਿੰਦਾ। ਚਾਹ ਲੈ ਲਓ। ਮੈਂ ਕਿਹਾ ਚਾਹ ਲੈ ਲਓ। ਸੱਤੀ ਨੇ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ। ਕਿਉਂ? ਉਹਦੀ ਜ਼ਬਾਨ ਸਿੱਤੀ ਹੋਈ ਹੈ, ਉਹ ਆਪ ਨਹੀਂ ਬੋਲ ਸਕਦਾ। ਤੁਹਾਡੇ ਮੂਡ ਦਾ ਕਿਹੜਾ ਪਤਾ ਲੱਗਦਾ ਹੈ ਅੱਜ ਕੱਲ? ਅਸਮਾਨੇ ਤਾਂ ਚੜੇ ਰਹਿੰਦੇ ਹੋ। ਹਾਂ, ਮੈਂ ਤਾਂ ਜਨੋਰ ਆ, ਜਨੇ ਖਨੇ ਨੂੰ ਖਾਣ ਨੂੰ ਪੈਣਾ। ਤੁਹਾਡੇ ਨਾਲ ਤਾਂ ਗੱਲ ਕਰਨੀ ਬੇਕਾਰ ਆ। ਚਾਹ ਸਵਾਦ ਬਣੀ ਹੈ। ਜਾ ਸੱਤੀ ਨੂੰ ਭੇਜ ਦੇ। ਵੀਰੇ ਉਹ ਮੈਂ
ਪੁੱਛਣਾ ਸੀ ਕਿ ਕੁਝ ਨੌਕਰੀ ਦਾ ਜੁਗਾੜ ਹੋ ਸਕਦਾ? ਉਹ ਥੋੜੀ ਤਾਂ ਬਣਦੀ ਐ ਇੰਨੀ ਮਾਲਕਾਂ ਨਾਲ। ਨਾ ਹੀ ਬਣੀ ਹੁੰਦੀ ਤਾਂ ਚੰਗਾ ਸੀ। ਕੀ ਮਤਲਬ? ਕੁਝ ਨਹੀਂ। ਹੋਏ ਆਪਾਂ ਕੋਈ ਹੋਰ ਕੰਮ ਕਰਾਂਗੇ ਯਾਰ। ਨੌਕਰੀ ਦਾ ਵੀ ਸੋਹਰਾ ਕੋਈ ਜਿਉਣ ਹੈ। ਹੋਏ ਚਾਕਰੀ ਤਾਂ ਹੁੰਦੀ ਨਖੇਦਾ। ਬੰਦਾ ਆਪਣੇ ਅੰਦਰੋਂ ਅੰਦਰਲੇ ਨੂੰ ਮਾਰ ਛੱਡੇ ਨਾ ਤਾਂ ਹੁੰਦੀ ਹੈ ਚਾਕਰੀ। ਮੇਰੇ ਚਾਹ ਪੀ। ਮੇਰੀ ਚਾਹ 'ਚ ਤਾਂ ਮੱਖੀ ਵੀ ਪੈ ਗਈ। ਜੇ ਨਾ ਪਤਾ ਲੱਗਦਾ ਮੈਂ ਤਾਂ ਪੀ ਜਾਣੀ ਸੀ। ਭਾਬੀ ਇੱਕ ਹੋਰ ਚਾਹ ਲਿਆਇਓ। ਜੇ ਪੀ ਜਾਂਦਾ ਤਾਂ ਪੀ ਜਾਂਦਾ, ਪਰ ਅੱਖੀ ਵੇਖ ਕੇ ਮੱਖੀ ਨਿਗਲਣੀ ਹੁੰਦੀ ਨਾ। ਹਾਂ ਪਰ ਵੀਰੇ ਮੈਂ ਸਮਝਿਆ ਨਹੀਂ। ਓਏ ਅੱਖੀ ਵੇਖ ਕੇ ਮੱਖੀ ਨਿਗਲ ਨਹੀਂ ਹੁੰਦੀ। ਨਹੀਂ ਨਿਗਲ ਹੁੰਦੀ ਮੱਖੀ, ਨਹੀਂ ਨਿਗਲ ਹੁੰਦੀ। ਅੰਦਰੋਂ ਪਤਾ ਨਹੀਂ ਕਿੰਨਾ ਕੁ ਭਰਿਆ ਹੋਇਆ ਸੀ ਉਹ, ਜਿਹੜਾ ਫਟਣ ਨੂੰ ਫਿਰ ਰਿਹਾ ਸੀ। ਤੇ ਫਿਰ ਉਹਨੇ ਅਸਤੀਫਾ ਦੇ ਦਿੱਤਾ। ਕੀ ਗੁਨਾਹ ਕੀਤਾ? ਸਾਈਕਲਾਂ ਦੀ ਦੁਕਾਨ ਖੋਲ ਰਿਹਾ ਸੀ। ਸਾਰੇ ਨਾਲ ਹੱਸ ਕੇ ਗੱਲ ਕਰਦਾ ਸੀ, ਜਿਵੇਂ ਉਹਦੇ ਦਿਲ ਤੋਂ ਸਾਰਾ ਪਹਾੜ ਹੀ ਉਤਰ ਗਿਆ ਹੋਵੇ। ਪਰ ਮਾਲਕ ਉਹਨੂੰ ਚੈਨ ਦਾ ਸਾਹ ਹੀ ਨਹੀਂ ਸੀ ਲੈਂਦੇ ਰਹੇ। ਰੋਜ਼ ਦਿਹਾੜੀ ਫੋਨ ਆਉਂਦੇ। ਅਖੀਰ ਇੱਕ ਦਿਨ ਉਹ ਮਾਲਕ ਦੇ ਬੰਦੇ ਨਾਲ ਫੈਕਟਰੀ ਚਲਾ ਗਿਆ ਮਿਲਣ। ਦੱਸੋ ਜਿਹੜਾ ਬੰਦਾ ਮਾਲਕ ਦੇ ਆਫਿਸ 'ਚ ਬਹਿ ਕੇ ਗੱਲ ਕਰਦਾ, ਉਹਦੇ ਕੋਲ ਫੈਕਟਰੀ ਦੇ ਪੁਰਜ਼ੇ ਕਿੱਥੋਂ ਆਉਣਗੇ? ਟੈਲਾ ਕਿੱਥੋਂ ਭਰ ਲੂ? ਉਹ ਪੰਪ ਵੱਲ ਤਾਂ ਉਹ ਗਿਆ ਹੀ ਨਹੀਂ ਸੀ, ਨਾ ਹੀ ਉਹਨੇ ਕਿਸੇ ਫਲੋਰ ਤੇ ਪੈਰ ਧਰਿਆ ਸੀ। ਸਭ ਫਰੇਬ ਹੈ, ਸਭ ਕੁਫਰ, ਸਭ ਝੂਠ। ਤੇ ਫਿਰ ਪੁਲਿਸ ਨੇ ਜਿੱਦਾਂ 14-15 ਦਿਨ ਉਹਦੀ ਗੱਲ ਲਾਈ। ਪੁੱਟਾ ਟੰਗ ਕੇ ਉਹਦੀਆਂ ਤਲੀਆਂ ਕੁੱਟੀਆਂ। ਮੇਰਾ ਤਾਂ ਜੀ ਕਰਦਾ ਮੈਂ ਤੇ ਫਿਰ ਪੁਲਿਸ ਉਹਨੂੰ ਫੈਕਟਰੀ ਲੈ ਗਈ ਕਤਲ ਕਰਨ ਲਈ। ਕਸਾਈ, ਰਾਖਸ਼। ਤੇ ਫਿਰ ਲਾਸ਼ ਪਹੁੰਚਾਈ ਪੋਸਟਮਾਰਟਮ ਕੋਲ। ਰਾਖਸ਼ੋ ਝੁਲਸੇ ਹੋਏ ਲੋਥੜੇ ਦਾ ਕੀ ਪੋਸਟਮਾਰਟਮ ਕਰ ਲੋਗੇ ਯਾਰ ਤੁਸੀਂ? ਤੇ ਵੱਟ ਟੁੱਕ ਕੇ ਬੋਰੀ ਵਾਂਗ ਸਿਓ ਕੇ ਸਾਡਾ ਭਰਾ ਸਾਡੇ ਹਵਾਲੇ ਕਰਤਾ। ਆਂਦੇ ਲੈ ਜਾਓ ਤੇ ਸਾੜ ਦਿਓ ਇਸ ਕੂੜੇ ਨੂੰ। ਇੱਥੇ ਪਈ ਸੀ ਮੇਰੇ ਭਰਾ ਦੀ ਲਾਸ਼। ਇੱਥੇ ਪਈ ਸੀ ਮੇਰੇ ਭਰਾ ਦੀ ਲਾਸ਼। पुत अंदर जा, तू भी अंदर जाती है। बैठ बीबी, बह जा, बह जा।
बैठ। उस कम वक्त की मौत आई सी, मर गया। पिछले जन्मां दा बैरी सी, आंदरा खो गया। बीबी किसी का कोई कसूर नहीं। सत्ती ते एवें ही बोली जाता, सदाई आ। एक थे गया, हुण इहनू भी गवा पई है। नहीं नहीं बीबी, सानू कोई तकलीफ नहीं, सानू कोई तकलीफ नहीं बीबी, सानू कोई तकलीफ नहीं। कदों तक अखी वेख मक्खी निकलते रहांगे, जुल्म दी इस अग च अंदरों अंदरी पिघलते रहांगे। बस बस धक्का सरमाएदारी दा होर चलेगा नहीं। मजदूर एकजुट हो रहा है और जबर चलेगा नहीं। सोच बदलेगी, अवाम बदलेगा, जमीन बदलेगी, आसमान बदलेगा। बदलेगा एक दिन साडा जहान बदलेगा, यकीनन साडा जहान बदलेगा।